ਜੇ ਮੈਂ RSS ਦਾ ਬੰਦਾ ਹੁੰਦਾ ਤਾਂ ਮੈਂ ਤਾਂ ਉਹਨਾਂ ਦੇ ਨਾਲ ਬੈਠਾ ਸੀ, ਫਿਰ ਤਾਂ ਮੈਂ ਉੱਥੋਂ ਕੁਛ ਨਾ ਕੁਛ ਲੈ ਡਿੱਗਣਾ ਸੀ। ਇੱਥੇ ਆ ਕੇ ਕੀ ਕਰਨਾ ਮੈਂ? ਕਹਿ ਰਹੇ ਹੋ ਕਹਿੰਦੇ ਵੀ ਲੱਖਾ ਭਾਜੀ ਵੀ ਕਹਿੰਦਾ ਦੀਪ ਮੇਰਾ ਭਰਾ ਆ, ਦੀਪ ਬਾਈ ਵੀ ਇਹ ਗੱਲ ਕਹਿ ਰਹੇ ਵੀ ਅਸੀਂ ਇਕੱਠੇ ਹੀ ਆ, ਇਦਾਂ ਹੀ ਆ ਵੀ ਪਹਿਲ ਕੋਈ ਕਿਉਂ ਨਹੀਂ ਕਰ ਰਿਹਾ ਦੁਬਾਰਾ ਅੱਗੇ ਆਉਣ ਦੀ? ਉਹ ਗੱਲ ਪਹਿਲ ਦੀ ਨਹੀਂ ਆ, ਭਰਾ ਬਿਲਕੁਲ ਆ। ਉਹਨਾਂ ਨੇ ਹੁਣ ਉਹਨਾਂ ਦੀ ਇੱਕ ਇਹ ਆ ਵੀ ਉਹਨਾਂ ਨੇ ਕਿਸਾਨ ਯੂਨੀਅਨ ਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਆ, ਤੁਹਾਡੇ ਨਾਲ ਸੰਘਰਸ਼ ਲੜੂੰਗਾ। ਪਰ ਕਿਸਾਨ ਸਾਨੂੰ ਇੱਕ ਗੱਲ ਤਾਂ ਪਤਾ ਵੀ ਅਸੀਂ ਦਿੱਲੀ ਦੇ ਖਿਲਾਫ ਲੜ ਰਹੇ ਹਾਂ, ਸਾਡੇ ਦੁਸ਼ਮਣ ਦਾ ਤਾਂ ਸਾਨੂੰ ਪਤਾ। ਉਦੋਂ ਦੁਸ਼ਮਣ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਬਾਈ ਜੀ ਟੀਵੀ ਤੇ ਮੈਂ ਕਮਲਦੀਪ ਸਿੰਘ। ਕੱਲ ਹਰਪ੍ਰੀਤ ਦੇਵਗਨ ਬਾਈ ਜੀ ਦੀ ਅਸੀਂ ਇੱਕ ਪੋਸਟ ਪਾ ਰਹੇ ਸੀ ਜਿਹਦੇ ਵਿੱਚ ਉਹਨਾਂ ਨੇ ਸਪੈਸ਼ਲੀ ਲਿਖਿਆ ਸੀਗਾ ਕਿ ਇੱਕ ਇਨਸਾਨ ਜਿਹੜਾ ਬੰਬੇ ਦਾ ਆਪਣਾ ਆਲੀਸ਼ਾਨ ਘਰ ਛੱਡ ਕੇ ਐਡਾ ਵੱਡਾ ਮਹਿਲ ਮਨਾਰਿਆਂ ਛੱਡ ਕੇ, ਉਹ ਇਨਸਾਨ ਜਿਹੜਾ ਕਹਿੰਦੇ ਵੀ ਟਿਸ਼ੂ ਦੇ ਨਾਲ ਸਵਿਚ ਔਨ ਕਰਦਾ ਸੀ, ਅੱਜ ਲੋਕਾਂ ਦੇ ਵਿੱਚ ਵਿਚਰ ਰਿਹਾ ਆ, ਸਭ ਕੁਝ ਕਰ ਰਿਹਾ। ਤੇ ਕਿਉਂ ਕਰ ਰਿਹਾ ਮੈਂ ਸੋਚਿਆ ਜੋ ਉਸ ਇਨਸਾਨ ਤੋਂ ਹੀ ਪੁੱਛੀਏ। ਮੇਰੇ ਨਾਲ ਆ ਦੀਪ ਸਿੱਧੂ ਭਾਜੀ। ਪਹਿਲਾਂ ਤਾਂ ਬਹੁਤ ਸਵਾਗਤ ਆ ਬਾਈ ਜੀ ਟੀਵੀ ਤੇ। ਸ਼ੁਕਰੀਆ ਬਾਈ, ਧੰਨਵਾਦ ਭਾਜੀ। ਪਹਿਲਾਂ ਤਾਂ ਸਵਾਲ ਮੈਂ ਇਹੀ ਪੁੱਛਣਾ ਚਾਹਾਂਗਾ ਤੁਹਾਡੇ ਕੋਲੋਂ ਵੀ ਜਦੋਂ ਬੰਦੇ ਦੇ ਵਿੱਚ ਇੰਨੀ ਚੇਂਜ ਹੁੰਦੀ ਹੈ, ਜਿੱਦਾਂ ਹਰਪ੍ਰੀਤ ਬਾਈ ਨੇ ਤੁਹਾਡੇ ਲਈ ਲਿਖਿਆ, ਸ਼ਾਇਦ ਤੁਸੀਂ ਪੜ੍ਹਿਆ ਹੋਵੇ, ਉਹ ਕੋਈ ਨਾ ਕੋਈ ਸਟਰਾਈਕ ਹੁੰਦੀ ਬੰਦੇ ਇੱਦਾਂ ਦੀ ਮੂਵਮੈਂਟ ਜਾਂ ਗੱਲ ਹੁੰਦੀ, ਕੀ ਲੱਗਾ ਤੁਹਾਨੂੰ ਜਾਂ ਤੁਸੀਂ ਜੋ ਸਾਰਾ ਕੁਝ ਤਿਆਗ ਕੇ ਇਸ ਪਾਸੇ ਹੀ ਹੈਗਾ? ਦੇਖੋ, ਲੱਗਿਆ ਤਾਂ ਇਹੀ ਆ, ਜਦੋਂ ਅਸੀਂ ਆਪਦੇ ਪੰਜਾਬ ਖਾਤਰ, ਆਪਦੀ ਧਰਤੀ ਖਾਤਰ, ਲੋਕਾਂ ਖਾਤਰ ਕੁਛ ਨਾ ਕੁਛ ਕਰਨਾ ਚਾਹੁੰਦੇ ਆ ਜ਼ਿੰਦਗੀ 'ਚ, ਇੱਕ ਇਹੋ ਜਿਹੇ ਕਈ ਵਾਰੀ ਮੁਕਾਮ 'ਤੇ ਪਹੁੰਚ ਜਾਂਦੇ ਆ ਜਿੱਥੇ ਸਾਨੂੰ ਲੱਗਦਾ ਹੁਣ ਸਾਨੂੰ ਕੁਝ ਵਾਪਸ ਵੀ ਦੇਣਾ ਚਾਹੀਦਾ, ਆਪਦੀ ਧਰਤੀ ਨੂੰ, ਆਪਦੇ ਪਿੰਡ ਨੂੰ, ਆਪਦੇ ਸ਼ਹਿਰ ਨੂੰ, ਲੋਕਾਂ ਨੂੰ ਦੇਣਾ ਚਾਹੀਦਾ, ਕੁਛ ਕੋਈ ਤਾਂ ਯੋਗਦਾਨ ਪਾਈਏ। ਸੋ ਇੱਕ ਇਹੋ ਜਿਹੀ ਚਿਣਗੀ ਮੇਰੇ ਅੰਦਰ ਉੱਠੀ ਜੀ। ਤੇ ਅਸੀਂ ਭਾਜੀ ਸਰਵੇ ਕੀਤਾ ਸੀਗਾ ਤੁਹਾਡੇ ਲਈ ਸਪੈਸ਼ਲੀ, ਤੇ ਸਾਰੇ ਪੰਜਾਬ 'ਚੋਂ ਕੁਝ ਤੁਹਾਡੇ ਲਈ ਸਵਾਲ ਆਇਆ, ਮੈਂ ਉਹੀ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ। ਅਜਮੇਰ ਸਿੰਘ ਜੀ ਨੇ ਆਪਣੇ ਤੋਂ ਤੁਹਾਡੇ ਲਈ ਕੁਐਸਚਨ ਕੀਤਾ, ਉਹ ਕਹਿੰਦੇ ਵੀ ਦੀਪ ਸਿੱਧੂ ਜੀ ਦੀਆਂ ਮੰਗਾਂ ਕੀ ਐਗਜ਼ੈਕਟ ਪਤਾ ਲੱਗੇ, ਕਿਉਂਕਿ ਉਹ ਕਹਿ ਰਹੇ ਆ ਵੀ ਮੈਂ ਇਕੱਲੀ MSP ਦੀ ਗੱਲ ਨਹੀਂ ਕਰ ਰਿਹਾ, ਵੀ ਸਾਨੂੰ ਵੀ ਪਤਾ ਲੱਗੇ ਵੀ ਦੀਪ ਸਿੱਧੂ ਜੀ ਕੀ ਕਰਨਾ ਚਾਹ ਰਿਹਾ ਤੇ ਉਹਨਾਂ ਦੀਆਂ ਕੀ ਮੰਗਾਂ ਆ। ਦੇਖੋ, ਗੱਲ ਆਏ ਆ ਵੀ MSP ਦੀ ਗੱਲ ਇਸ ਕਰਕੇ ਨਹੀਂ ਕਰ ਰਹੇ ਅਸੀਂ, ਜਿਹੜਾ ਪੁਰਾਣਾ ਸਿਸਟਮ ਵੀ ਸੀ, ਨਵਾਂ ਲਾਅ ਤਾਂ ਆ ਗਏ 3, ਪਰ ਇਹ ਤੋਂ ਪਹਿਲਾਂ ਵੀ ਅਸੀਂ ਦੇਖੀ ਆ ਤਾਜੀ ਉਦਾਹਰਨ ਆ। ਬਠਿੰਡੇ ਇੱਕ ਕਿਸਾਨ ਫੈਮਿਲੀ ਨੇ ਸਾਰਿਆਂ ਨੇ ਖੁਦਕੁਸ਼ੀ ਕਰ ਲਈ, ਫਾਹੇ ਲੈ ਲਏ। ਸੋ ਪੁਰਾਣਾ ਸਿਸਟਮ ਵੀ ਬਹੁਤ ਕੋਈ ਸੁਖਾਵਾਂ ਥੋੜ੍ਹੀ ਆ ਸਾਡੇ ਲਈ, ਇਸ ਕਰਕੇ ਲੜਨਾ ਤਾਂ ਉਸ ਸਿਸਟਮ ਨਾਲ ਵੀ ਆ। ਕੱਲਾ ਜੇ ਅਸੀਂ ਇਸ ਰਿਆਇਤਾਂ 'ਚ ਲੱਗੇ ਰਹੇ ਤਾਂ ਅਸੀਂ ਕਿਤੇ ਨਾ ਕਿਤੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਧੋਖਾ ਕਰ ਰਹੇ ਹੋਵਾਂਗੇ, ਕਿਉਂਕਿ ਪੁਰਾਣੇ ਸਿਸਟਮ ਨਾਲ ਵੀ ਲੜਨਾ ਚਾਹੀਦਾ। ਸੋ ਸਾਡੀ ਹੁਣ ਜਿਹੜੀ ਲੜਾਈ ਆ ਉਹ ਇਕੱਲੇ ਆਰਡੀਨੈਂਸਿਸ ਦੀ ਨਹੀਂ ਆ, ਉਹ ਪੁਰਾਣੇ ਸਿਸਟਮ ਦੇ ਨਾਲ ਵੀ ਲੜਾਈ ਆ। ਉੱਥੇ ਵੀ ਜੋ ਸੋਧਾਂ ਹੋਣੀਆਂ ਚਾਹੀਦੀਆਂ ਉਹ ਵੀ ਮੰਗਾਂ ਨਾਲ ਆ। ਇਸ ਕਰਕੇ ਮੈਂ ਕਹਿੰਦਾ ਇਹ ਰਿਆਇਤਾਂ ਦੀ ਲੜਾਈ ਨਹੀਂ ਆ, ਹੱਕ ਦੀ ਲੜਾਈ ਆ, ਜਿਹੜਾ ਪਿਛਲੇ 17 ਸਾਲਾਂ ਤੋਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਨਹੀਂ ਮਿਲਿਆ। ਤੇ ਜੇ ਲੋਕ ਹੁਣ ਨਾਲ ਖੜੇ ਆ ਤਾਂ ਹੱਕ ਲੈ ਲਓ। ਜਦੋਂ ਲੋਕ ਕਹਿ ਰਹੇ ਆ ਵੀ ਤੁਸੀਂ ਲੜੋ, ਅਸੀਂ ਤੁਹਾਡੇ ਨਾਲ ਆ, ਫਿਰ ਲੜੋ, ਫਿਰ ਉਸ ਸਿਸਟਮ ਦੇ ਖਿਲਾਫ ਲੜੋ ਜਿਹੜਾ 70-75 ਸਾਲਾਂ ਤੋਂ ਸਾਨੂੰ ਦਿੱਤਾ ਗਿਆ, ਸਾਡੇ ਉੱਤੇ ਥੋਪਿਆ ਗਿਆ। ਸੋ ਇਹੀ ਮੰਗਾਂ ਜੀ। ਤੇ ਕੁਲਵਿੰਦਰ ਬੈਨੀਪਾਲ ਜੀ ਮਾਛੀਵਾੜਾ ਤੋਂ, ਉਹਨਾਂ ਦਾ ਕੁਐਸਚਨ ਤੁਹਾਡੇ ਲਈ ਇਹ ਆ, ਉਹ ਕਹਿੰਦੇ ਵੀ ਦੀਪ ਸਿੱਧੂ ਭਾਈ ਦੀ ਕਨਵਿੰਸਿੰਗ ਪਾਵਰ ਇੰਨੀ ਆ ਕਿ ਉਹਨਾਂ ਨੇ ਇੱਕ ਆਵਾਜ਼ ਮਾਰੀ, ਕਿੰਨਾ ਪੰਜਾਬ ਉਹਨਾਂ ਦੇ ਨਾਲ ਆ ਗਿਆ। ਤੇ ਉਹਨਾਂ ਦਾ ਸਨੀ ਭਾਈ ਨਾਲ ਕਹਿੰਦੇ ਬਹੁਤ ਜ਼ਿਆਦਾ ਨੇੜਤਾ ਸੀ, ਫਿਰ ਉਹਨਾਂ ਨੂੰ ਕਨਵਿੰਸ ਕਿਉਂ ਨਹੀਂ ਕਰ ਸਕੇ? ਨਹੀਂ ਜੀ, ਇਹ ਦੇਖੋ, ਗੱਲ ਮੇਰੀ ਕਨਵਿੰਸਿੰਗ ਪਾਵਰ ਦੀ ਨਹੀਂ ਆ, ਗੱਲ ਪੰਜਾਬ ਦੀ ਆ, ਗੱਲ ਸਾਡੀ ਧਰਤੀ ਨਾਲ ਜੁੜੀ ਹੋਈ ਆ, ਹੈ ਨਾ, ਸਾਡੀ ਹੋਂਦ ਨਾਲ ਜੁੜੀ ਆ। ਸੋ ਮੇਰੀ ਆਵਾਜ਼ ਤੇ ਪੰਜਾਬ ਨਹੀਂ ਆਇਆ, ਪੰਜਾਬ ਆਪਦੀ ਹੋਂਦ ਦੀ ਲੜਾਈ ਲੜਨ ਆਇਆ, ਆਪਦੀ ਧਰਤੀ ਨੂੰ ਬਚਾਉਣ ਖਾਤਰ ਆਇਆ। ਕਿਉਂਕਿ ਜਿਸ ਤਰ੍ਹਾਂ ਅਸੀਂ ਧਰਤੀ ਨਾਲ ਜੁੜੇ ਆ, ਉਵੇਂ ਹੋ ਸਕਦਾ ਹੋਰ ਕਿਸੇ ਖਿੱਤੇ ਦੇ ਲੋਕ ਨਾ ਜੁੜੇ ਹੋਣ। ਸਾਡੀਆਂ ਤਾਂ ਰੂਹਾਂ ਵਸਦੀਆਂ ਸਾਡੀ ਧਰਤੀ 'ਚ, ਤੇ ਜੇ ਸਾਡੇ ਪੈਰ ਉਖੜਦੇ ਆ ਤਾਂ ਹੋਰ ਕਿਤੇ ਸਾਡੇ ਮੁੜ ਕੇ ਪੈਰ ਨਹੀਂ ਲੱਗਣੇ। ਇਹ ਸਾਡੀ ਧਰਤੀ ਗੁਰੂਆਂ ਨੇ ਵਸਾਈ ਆ, ਜੇ ਇਹ ਸਾਡੇ ਤੋਂ ਖੋਹੀ ਜਾਂਦੀ ਆ ਤਾਂ ਸਾਰਾ ਪੰਜਾਬ ਉੱਠ ਕੇ ਖੜਾ ਹੋਊਗਾ। ਉਹੀ ਹੋ ਰਿਹਾ। ਤੇ ਪਲਵਿੰਦਰ ਸਿੰਘ ਦਾ ਮੂਰਤ ਕੁਐਸਚਨ ਤੁਹਾਡੇ ਲਈ ਇਹ ਹੈ ਕਿ ਜਿੱਦਾਂ ਹੁਣ ਕਿਸਾਨਾਂ ਨੇ, ਸਰਕਾਰ ਨੇ ਬੁਲਾਇਆ ਸੀਗਾ, ਉਹਨਾਂ ਦੇ ਨਾਲ ਮੀਟਿੰਗ ਕਰਨ ਤੋਂ ਮਨਾ ਕਰ ਦਿੱਤਾ। ਉਹ ਕਹਿੰਦੇ ਵੀ ਜੇ ਆਪਾਂ ਹੁਣ ਬੈਠ ਕੇ ਗੱਲਬਾਤ ਨਹੀਂ ਕਰਾਂਗੇ ਤਾਂ ਫਿਰ ਕੀ ਕਰਾਂਗੇ, ਕੀ ਸੋਲੂਸ਼ਨ ਆ, ਵੀ ਕਿਉਂ ਮਨਾ ਕੀਤਾ ਗਿਆ? ਦੇਖੋ, ਗੱਲ ਬਹੁਤ ਵਧੀਆ, ਮੈਂ ਸਰਾਹਨਾ ਕਰਦਾ ਕਿਸਾਨ ਯੂਨੀਅਨ ਦੀ, ਕਿਉਂਕਿ ਸਰਕਾਰ ਨੇ ਗੱਲਬਾਤ ਨਹੀਂ ਬੁਲਾਇਆ। ਸਰਕਾਰ ਦੀ ਜੇ ਤੁਸੀਂ ਚਿੱਠੀ ਪੜ੍ਹੀ ਹੋਊ, ਉਸ ਚਿੱਠੀ 'ਚ ਬਹੁਤ ਕੈਟੇਗੋਰਿਕਲੀ ਉਹਨਾਂ ਨੇ ਕਲੀਅਰਲੀ ਇਹ ਗੱਲ ਲਿਖੀ ਆ ਵੀ ਜਿਹੜੇ ਆਰਡੀਨੈਂਸਿਸ ਆ ਉਹ ਸਹੀ ਆ ਤੇ ਇਸ ਤੇ ਗੱਲਬਾਤ ਕਰਦੇ ਆ। ਆਜੋ, ਇਹਦਾ ਮਤਲਬ ਕਿਸਾਨ ਯੂਨੀਅਨ ਨੂੰ ਇਹ ਕਹਿ ਰਹੇ ਆ ਵੀ ਆਰਡੀਨੈਂਸ ਤਾਂ ਸਹੀ ਆ ਤੇ ਆਜੋ ਤੁਹਾਨੂੰ ਸਮਝਾ ਦਿੰਦੇ ਆ। ਇਹ ਕਿਸਾਨ ਯੂਨੀਅਨ ਨੇ ਬਹੁਤ ਸਹੀ, ਉਹ ਟਰੈਪ ਸੀ, ਇੱਕ ਬੜਾ ਵਧੀਆ ਫੈਸਲਾ ਲਿਆ। ਉਹਨਾਂ ਨੇ ਕਿਹਾ ਜਦੋਂ ਤੱਕ ਤੁਸੀਂ ਸਾਨੂੰ ਇਹ ਨਹੀਂ ਵਿਸ਼ਵਾਸ ਕਰਾਓਗੇ ਵੀ ਤੁਸੀਂ ਸੀਰੀਅਸ ਹੋ ਮਸਲੇ ਨੂੰ ਹੱਲ ਕਰਨ ਲਈ, ਅਸੀਂ ਤੁਹਾਡੇ ਨਾਲ ਨਹੀਂ ਬੈਠਾਂਗੇ।
ਤੇ ਸਰ ਗੁਰਵਿੰਦਰ ਸਿੰਘ ਜੀ ਉਹ ਕਿਸਾਨ ਭਵਨ ਦੇ ਵਿੱਚ ਹੀ ਜੌਬ ਕਰਦੇ ਆ। ਉਹਨਾਂ ਨੇ ਕੁਐਸਚਨ ਕੀਤਾ, ਕਹਿੰਦੇ ਮੈਂ ਕਿਸਾਨ ਭਵਨ ਦੀਆਂ ਸਾਰੀਆਂ ਮੀਟਿੰਗਾਂ ਅਟੈਂਡ ਕੀਤੀਆਂ ਵੀ ਤੁਸੀਂ ਦੀਪ ਸਿੱਧੂ ਬਾਈ ਨੂੰ ਜ਼ਰੂਰ ਪੁੱਛਿਓ ਵੀ ਅੱਜ ਤਾਂ ਲੋਕ ਇਹ ਕਹਿ ਰਹੇ ਆ ਕਿ ਦੀਪ ਸਿੱਧੂ ਵੀ ਅਲੱਗ ਹੀ ਤੁਰ ਪਿਆ। ਉਹ ਤਾਂ ਇਦਾਂ ਲੱਗ ਰਿਹਾ ਵੀ ਉਹ ਆਰਐਸਐਸ ਦਾ ਬੰਦਾ ਹੈ, ਸ਼ਾਇਦ ਇਸ ਚੀਜ਼ ਨੂੰ ਅਲੱਗ ਕਰ ਰਿਹਾ ਆ ਵੀ ਕਿਤੇ ਨਾ ਕਿਤੇ ਦੀਪ ਸਿੱਧੂ ਨੂੰ ਲੱਗ ਨਹੀਂ ਰਿਹਾ ਕਿ ਮੈਂ ਅਲੱਗ ਹੋ ਕੇ ਚੱਲੂੰਗਾ ਤਾਂ ਮੈਂ ਸ਼ਾਇਦ ਟੁੱਟ ਹੀ ਜਾਊਂਗਾ। ਨਹੀਂ, ਗੱਲ ਇਹ ਨਹੀਂ ਆ ਮੈਂ ਅਲੱਗ ਤੁਰ ਪਿਆ। ਸੰਘਰਸ਼ ਜਦੋਂ ਲੜੇ ਜਾਂਦੇ ਆ, ਮੋਰਚੇ ਵੱਖ-ਵੱਖ ਥਾਵਾਂ ਤੇ ਵੀ ਲਾਏ ਜਾਂਦੇ ਆ। ਉਸੇ ਸੰਘਰਸ਼ ਦਾ ਪਾਰਟ ਆ ਜਿਹੜਾ ਕਿਸਾਨ ਤੇ ਮਜ਼ਦੂਰ ਲੜ ਰਹੇ ਆ। ਇੱਥੇ ਵੀ ਕਿਸਾਨ ਤੇ ਮਜ਼ਦੂਰ ਹੀ ਬੈਠੇ ਆ। ਹੁਣ ਜੇ ਮੈਂ ਇਹ ਗੱਲ ਬੇਤੁਕੀ ਆਪਾਂ ਕਰੀਏ ਵੀ ਆਰਐਸਐਸ ਦਾ ਬੰਦਾ ਆਈ ਆ ਸਟੇਟਮੈਂਟ ਭਾਈ, ਸ਼ਾਇਦ ਤੁਸੀਂ ਵੀ ਸੁਣੀ ਹੋਵੇ। ਹਾਂਜੀ ਬਿਲਕੁਲ, ਪਰ ਜੇ ਮੈਂ ਆਰਐਸਐਸ ਦਾ ਬੰਦਾ ਹੁੰਦਾ ਤਾਂ ਮੈਂ ਤਾਂ ਉਹਨਾਂ ਦੇ ਨਾਲ ਬੈਠਾ ਸੀ। ਫਿਰ ਤਾਂ ਮੈਂ ਉੱਥੋਂ ਕੁਝ ਨਾ ਕੁਝ ਲੈ ਡਿੱਗਣਾ ਸੀ। ਇੱਥੇ ਆ ਕੇ ਕੀ ਕਰਨਾ ਮੈਂ? ਔਰ ਮੈਂ ਤਾਂ ਕਿਸੇ ਮੀਟਿੰਗ ਦਾ ਪਾਰਟ ਨਹੀਂ ਹੁਣ, ਕਿਸੇ ਕੋਰ ਕਮੇਟੀ ਦਾ ਪਾਰਟ ਨਹੀਂ ਆ। ਮੇਰੇ ਕੋਲੇ ਤਾਂ ਕੋਈ ਇਨਫੋਰਮੇਸ਼ਨ ਵੀ ਨਹੀਂ ਆ। ਫਿਰ ਆਰਐਸਐਸ ਦਾ ਬੰਦਾ ਕੀ ਕਰ ਦੂਗਾ, ਹਨਾ? ਔਰ ਉਹ ਪਾਰਟੀਆਂ ਜਿਹੜੀਆਂ ਪਿਛਲੇ 40-50 ਸਾਲਾਂ ਤੋਂ ਉਸ ਪਾਰਟੀ ਨਾਲ ਜੁੜੀਆਂ ਹੋਈਆਂ, ਜਿਹਦਾ ਆਰਐਸਐਸ ਨਾਲ ਸਿੱਧਾ ਸੰਬੰਧ ਆ, ਉਹਨਾਂ ਨੂੰ ਤਾਂ ਤੁਸੀਂ ਆਰਐਸਐਸ ਦੇ ਬੰਦੇ ਪਛਾਣ ਨਹੀਂ ਸਕੇ। ਤੁਹਾਨੂੰ ਦੀਪ ਸਿੱਧੂ ਦਾ ਪਤਾ ਲੱਗ ਗਿਆ ਪਿਛਲੇ ਆਉਣ ਵਾਲੇ ਵੀ ਆ ਮਹੀਨੇ 'ਚ ਵੀ ਇਹ ਆਰਐਸਐਸ ਦਾ ਬੰਦਾ, ਪਰ ਕਰ ਕੀ ਦੇਊਗਾ ਤੁਹਾਡਾ? ਇਦੋਂ ਪੰਜਾਬ ਦਾ ਬੁਰਾ ਕੀ ਹੋ ਜਾਊਗਾ, ਕੀ ਲੈ ਜਾਊਗਾ, ਹਨਾ? ਇਹ ਬੇਤੁਕੀਆਂ ਗੱਲਾਂ ਕਰਨ ਨੂੰ ਹੁੰਦੀਆਂ। ਸੋ ਇਹ ਗੱਲ ਵੀ ਉਹ ਕਰਦੇ ਆ ਜਦੋਂ ਕਿਸੇ ਹਾਂ 'ਚ ਹਾਂ ਮੈਂ ਨਹੀਂ ਮਿਲਾਉਂਦਾ, ਮੈਂ ਸੱਚ ਤੇ ਪਹਿਰਾ ਦੇਣ ਲੱਗ ਜਾਂਦਾ, ਉੱਥੇ ਇਹੋ ਜਿਹੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਆ। ਪਰ ਇਹ ਕੋਈ ਬਾਹਲੀ ਲੰਬੀ ਦੇਰ ਚੱਲਣ ਵਾਲੀ ਗੱਲ ਨਹੀਂ ਹੁੰਦੀ। ਸਮਾਂ ਬੜਾ ਬਲਵਾਨ ਆ, ਸਮੇਂ ਨੇ ਸਭ ਕੁਝ ਦੱਸ ਦੇਣਾ ਸਾਨੂੰ। ਕਸ਼ਮੀਰ ਭਾਜੀ ਜਲੰਧਰ ਤੋਂ ਕਹਿ ਰਹੇ ਹੋ, ਕਹਿੰਦੇ ਵੀ ਲੱਖਾ ਭਾਜੀ ਵੀ ਕਹਿੰਦਾ ਦੀਪ ਮੇਰਾ ਭਰਾ ਆ, ਦੀਪ ਬਾਈ ਵੀ ਇਹ ਗੱਲ ਕਹਿ ਰਹੇ ਵੀ ਅਸੀਂ ਇਕੱਠੇ ਆ, ਇਦਾਂ ਹੀ ਆ ਵੀ ਪਹਿਲ ਕੋਈ ਕਿਉਂ ਨਹੀਂ ਕਰ ਰਿਹਾ ਦੁਬਾਰਾ ਅੱਗੇ ਆਉਣ ਦੀ? ਉਹ ਗੱਲ ਪਹਿਲ ਦੀ ਨਹੀਂ ਆ, ਭਰਾ ਬਿਲਕੁਲ ਆ। ਉਹਨਾਂ ਨੇ ਹੁਣ ਉਹਨਾਂ ਦੀ ਇੱਕ ਇਹ ਆ ਵੀ ਉਹਨਾਂ ਨੇ ਕਿਸਾਨ ਯੂਨੀਅਨ ਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਆ, ਤੁਹਾਡੇ ਨਾਲ ਸੰਘਰਸ਼ ਲੜੂੰਗਾ। ਪਰ ਕਿਸਾਨ ਯੂਨੀਅਨ ਰਿਆਇਤਾਂ ਦੀ ਲੜਾਈ ਲੜ ਰਹੀ ਸੀ। ਮੇਰੀ ਸਿਰਫ ਉਹਨਾਂ ਨਾਲ ਇੱਕੋ ਹੀ ਬੇਨਤੀ ਸੀ ਵੀ ਇਕੱਲੇ ਰਿਆਇਤਾਂ ਤੇ ਨਾ ਰਹੀ। ਅਸੀਂ ਹਮੇਸ਼ਾ ਰਿਆਇਤਾਂ ਲੈ ਕੇ ਪੁਰਾਣੇ ਸਿਸਟਮ ਨੂੰ ਨਹੀਂ ਚੈਲੰਜ ਕਰਦੇ। ਪੁਰਾਣਾ ਸਿਸਟਮ ਫਾਊਂਡੇਸ਼ਨ ਹੀ ਗਲਤ ਆ। ਇੱਥੇ ਇਸ ਲਹਿਰ ਇਸ ਉਭਾਰ ਤੋਂ ਬਾਅਦ ਸਾਡੇ 'ਚ ਇੰਨਾ ਕੁ ਭਰੋਸਾ ਹੋਣਾ ਚਾਹੀਦਾ, ਕਿਉਂਕਿ ਲੋਕ ਸਾਡੇ 'ਚ ਭਰੋਸਾ ਜਤਾ ਰਹੇ ਆ ਵੀ ਅਸੀਂ ਉਸ ਫਾਊਂਡੇਸ਼ਨ ਨੂੰ ਸੰਬੋਧਨ ਕਰੀਏ। ਮਸਲਿਆਂ ਨੂੰ ਸੰਬੋਧਨ ਨਾ ਕਰੋ, ਮਸਲਿਆਂ ਨੂੰ ਮੁਖਾਤਮ ਹੋ ਕੇ ਹਾਲਾਤ ਜਿਹੜੇ ਹੁੰਦੇ ਆ, ਜਿਹੜੇ ਉਹ ਮਸਲੇ ਪੈਦਾ ਕਰਦੇ ਆ, ਅਸੀਂ ਹਾਲਾਤਾਂ ਨੂੰ ਮੁਖਾਤਮ ਨਹੀਂ ਹੋਈਏ ਹੁੰਦੇ, ਹਾਲਾਤਾਂ ਨੂੰ ਮੁਖਾਤਮ ਹੋਣਾ ਚਾਹੀਦਾ। ਤੇ ਜੋਗਿੰਦਰ ਸਿੰਘ ਜੀ ਗੜਸ਼ੰਕਰ ਤੋਂ ਪੁੱਛਦੇ ਆ ਵੀ ਤੁਹਾਨੂੰ ਲੱਗਦਾ ਕਿ ਮੋਦੀ ਸਰਕਾਰ ਕਿਤੇ ਟਸ ਤੋਂ ਮਸ ਹੋਈ ਆ? ਇੱਕ ਨਾਲ ਗੋਲਾਂ ਨੇ ਗੱਲ ਐਡ ਕੀਤੀ ਕਿ ਜਿਹਦਾ ਕੈਪਟਨ ਸਾਹਿਬ ਨੇ ਅੱਜ ਬਿਆਨ ਦੇ ਦਿੱਤਾ ਕਿ ਪੰਜਾਬ 'ਚੋਂ ਜੀ ਕੋਲਾ ਖਤਮ ਹੋ ਰਿਹਾ, ਤੁਸੀਂ ਟ੍ਰੇਨਾਂ ਆਉਣ ਦਿਓ। ਵੀ ਤੁਸੀਂ ਕੀ ਦੇਖਦੇ ਆ ਵੀ ਕਿਤੇ ਨਾ ਕਿਤੇ ਆਪਣੇ ਪੰਜਾਬ ਦਾ ਨੁਕਸਾਨ ਤਾਂ ਨਹੀਂ ਹੋਣ ਲੱਗ ਪਊਗਾ ਜ਼ਿਆਦਾ? ਦੇਖੋ, ਨੁਕਸਾਨ ਪੰਜਾਬ ਦਾ ਹੋ ਰਿਹਾ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਕਈ ਵਾਰੀ ਤੁਹਾਨੂੰ ਵੱਡੇ ਘੋਲ ਲੜਨ ਵਾਸਤੇ ਛੋਟੇ ਨੁਕਸਾਨ ਵੀ ਝੱਲਣੇ ਪੈਂਦੇ ਆ। ਸੋ ਇਹ ਤਾਂ ਹੁਣ ਇੱਕ ਰੈਜ਼ਿਸਟੈਂਸ ਆ। ਸਰਕਾਰ ਆਪਦੀਆਂ ਜਿਹੜੀਆਂ ਪਾਲਿਸੀਜ਼ ਆ ਜਾਂ ਆਪਦੇ ਵਿਉਂਤਬੰਦੀ ਆ ਉਸ ਹਿਸਾਬ ਨਾਲ ਲੜ ਰਹੀ ਆ। ਅਸੀਂ ਆਪਦੇ ਵਿਉਂਤਬੰਦੀ ਤੇ ਹਿਸਾਬ ਨਾਲ ਲੜ ਰਹੇ ਆ, ਹਨਾ? ਸਾਡੀ ਰੈਜ਼ਿਸਟੈਂਸ ਬੜੀ ਪੈਸਿਵ ਆ, ਪੀਸਫੁਲ ਆ, ਪਰ ਰੈਜ਼ਿਸਟੈਂਸ ਕਿਤੇ ਨਾ ਕਿਤੇ ਤਾਂ ਰਜਿਸਟਰ ਹੋ ਰਹੀ ਆ। ਸੋ ਇਹ ਰੈਜ਼ਿਸਟੈਂਸ 'ਚ ਹੂ ਬਲਿੰਕਸ ਫਸਟ, ਹਨਾ? ਇਹੀ ਗੇਮ ਆ। ਸਰਕਾਰ ਪਹਿਲਾਂ ਟੁੱਟਦੀ ਆ ਕਿ ਅਸੀਂ ਟੁੱਟਦੇ ਆ। ਇਸ ਕਰਕੇ ਸਾਨੂੰ ਬੜੀ ਢੰਗ ਨਾਲ ਜਿਹੜਾ ਨੈਰੇਟਿਵ ਉਹ ਕ੍ਰੀਏਟ ਕਰ ਰਿਹਾ, ਅਸੀਂ ਉਹਨੂੰ ਵੀ ਤੋੜ ਰਹੇ ਆ ਨਾਲ ਨਾਲ। ਤਾਂ ਬੜੇ ਢੰਗ ਨਾਲ ਤੇ ਵਿਉਂਤਬੰਦੀ ਨਾਲ ਇਹ ਲੜਾਈ ਲੜਨੀ ਚਾਹੀਦੀ ਆ। ਇਹ ਗੱਲਾਂ ਤਾਂ ਆਉਣਗੀਆਂ, ਕੋਈ ਛੋਟੇ ਮੋਟੇ ਨੁਕਸਾਨ ਵੀ ਝੱਲਣੇ ਪੈਣੇ ਆ ਸਾਨੂੰ, ਪਰ ਉਹ ਨੁਕਸਾਨਾਂ ਦੇ ਨਾਲ ਨਾਲ ਇਹ ਵੀ ਦੇਖਣਾ ਵੀ ਸਾਡਾ ਮੇਨ ਆਬਜੈਕਟਿਵ ਕੀ ਆ, ਸਾਡਾ ਮਕਸਦ ਕੀ ਆ। ਤੇ ਲਖਵੀਰ ਸਿੰਘ ਰਾਜਪੁਰ ਤੋਂ ਉਹਨਾਂ ਦਾ ਮੈਨੂੰ ਕੁਐਸਚਨ ਬਹੁਤ ਜ਼ਿਆਦਾ ਸੋਹਣਾ ਲੱਗਾ। ਉਹਨੇ ਇਹ ਗੱਲ ਪੁੱਛੀ, ਕਹਿੰਦੇ ਹੁਣ ਨਰਿੰਦਰ ਮੋਦੀ ਜੀ ਨੇ ਪਹਿਲੀ ਵਾਰੀ ਪੰਜਾਬੀ 'ਚ ਟਵੀਟ ਕੀਤਾ ਕਿਸਾਨਾਂ ਦੇ ਹੱਕ ਦੇ ਵਿੱਚ, ਵੀ ਇਹ ਵੀ ਕੋਈ ਉਹਨਾਂ ਦੀ ਰਾਜਨੀਤੀ ਲੱਗ ਰਹੀ ਹੈ ਵੀ ਹੁਣ ਪੰਜਾਬੀ ਮਾਮਲੇ ਦੀ ਜਾਂ ਗੱਲ ਚੱਲਦੀ ਵੀ ਉਹ ਪੰਜਾਬੀ 'ਚ ਟਵੀਟ ਕਰਨ ਲੱਗ ਪਏ। ਦੇਖੋ, ਇਹ ਜਿਹੜੀਆਂ ਗੱਲਾਂ ਨਾ, ਇਹਦੇ ਤੋਂ ਖੁਸ਼ ਨਹੀਂ ਹੋਣਾ ਚਾਹੀਦਾ। ਇਹ ਤਾਂ ਉਹਨਾਂ ਨੇ ਟਵੀਟ ਕੀਤਾ, ਅਸੀਂ ਇਹ ਖੁਸ਼ ਹੋ ਗਏ ਵੀ ਦੇਖੋ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਪੰਜਾਬੀ 'ਚ ਟਵੀਟ ਕੀਤਾ, ਉਹ ਡਰ ਗਏ, ਉਹ ਐਂ ਹੋ ਗਏ। ਇਹੋ ਜਿਹੀ ਕੋਈ ਗੱਲ ਨਹੀਂ। ਇਹ ਇੱਕ ਜਿਹੜੀ ਉਹ ਸਰਕਾਰ ਆਪਦੀ ਰਣਨੀਤੀ ਬਣਾ ਕੇ ਬੈਠੀ ਆ, ਉਸ ਰਣਨੀਤੀ ਦਾ ਹਿੱਸਾ ਹੀ ਆ। ਸੋ ਇਸ ਕਰਕੇ
ਇਹਨਾਂ ਗੱਲਾਂ ਤੋਂ ਖੁਸ਼ ਨਹੀਂ ਹੋਣਾ, ਨਾ ਹੀ ਫੋਕਸ ਨੂੰ ਡਾਇਵਰਟ ਕਰਨਾ। ਸਾਡਾ ਮਕਸਦ, ਸਾਡਾ ਫੋਕਸ ਇਸ ਟਾਈਮ ਕਿਸਾਨਾਂ ਤੇ ਮਜ਼ਦੂਰਾਂ ਦੇ ਹੱਕਾਂ ਦੀ ਖਾਤਰ ਹੋਣਾ ਚਾਹੀਦਾ, ਪੰਜਾਬ ਦੇ ਹੱਕਾਂ ਦੀ ਖਾਤਰ ਹੋਣਾ ਚਾਹੀਦਾ। ਉਹੀ ਲੜਾਈ ਲੜ ਗਏ ਅਸੀਂ। ਭਾਜੀ ਲਾਸਟ 'ਚ ਮੈਂ ਤੁਹਾਡੇ ਕੋਲ ਇਹੀ ਕੁਐਸਚਨ ਪੁੱਛਣਾ ਚਾਹੁੰਦਾ ਵੀ ਹੁਣ ਤੁਹਾਡੀ ਪੰਜਾਬ ਨੂੰ ਸਾਰਿਆਂ ਨੂੰ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਇਕੱਲੇ ਹੁਣ ਪੰਜਾਬ ਦੀ ਨਹੀਂ ਬਾਕੀ ਸੂਬਿਆਂ ਨਾਲ ਲੈ ਕੇ ਚੱਲਣਾ ਪਊਗਾ, ਉਹਨਾਂ ਨੂੰ ਕੀ ਅਪੀਲ ਆ ਕਿ ਸਾਨੂੰ ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤੇ ਕਿਹਨਾਂ ਚੀਜ਼ਾਂ ਤੋਂ ਬਚ ਕੇ ਚੱਲਣਾ ਚਾਹੀਦਾ? ਨਹੀਂ, ਇਸ ਟਾਈਮ ਤਾਂ ਸਾਨੂੰ ਇਹ ਲੋਕ ਲਹਿਰ ਨੈਸ਼ਨਲ ਲੈਵਲ ਤੱਕ ਲੈ ਕੇ ਜਾਣੀ ਚਾਹੀਦੀ ਹੈ। ਇਹਦੇ 'ਚ ਇੰਨੀ ਕੁ ਸਮਰੱਥਾ ਇਸ ਲਹਿਰ 'ਚ, ਇੰਨਾ ਦਾਵਾਂ ਵੀ ਇਹ ਨੈਸ਼ਨਲ ਲੈਵਲ ਤੇ ਬੜੀ ਜਲਦੀ ਜਾ ਸਕਦੀ ਹੈ ਤੇ ਜਾ ਰਹੀ ਆ। ਸੋ ਚੱਲਣਾ ਸਾਨੂੰ ਕਲੈਕਟਿਵ ਕੌਨਸ਼ੀਅਸਨੈਸ ਪੈਦਾ ਕਰਨੀ ਪਊਗੀ ਤੇ ਬੜਾ ਫੋਕਸਡ ਰਹਿ ਕੇ ਸਰਕਾਰ ਦੇ ਟਰੈਪਸ, ਉਹਨਾਂ ਦੀਆਂ ਜਿਹੜੀਆਂ ਚਾਲਾਂ, ਉਹਦੇ ਤੋਂ ਵੀ ਦੂਰ ਰਹਿਣਾ ਤੇ ਆਪਸੀ ਖਿੱਚਤਾਨ ਨਾ ਕਰੋ। ਆਪਸੀ ਵਖਰੇਵੇਂ ਆਪਾਂ ਬਾਅਦ 'ਚ ਨਿਬੇੜ ਲਾਂਗੇ, ਪਰ ਪਹਿਲੀ ਲੜਾਈ ਤਾਂ ਸਾਡੀ ਦਿੱਲੀ ਨਾਲ ਆ, ਉੱਥੇ ਹੀ ਫੋਕਸ ਰੱਖੀਏ। ਤੇ ਭਾਜੀ ਸੌਰੀ, ਇੱਕ ਗੱਲ ਮੇਰੇ ਦਿਮਾਗ 'ਚ ਇਹ ਆਈ ਹੈ, ਮੈਂ ਤੁਹਾਨੂੰ ਡਿਸਕਸ ਕਰਨੀ ਸੀ ਵੀ ਜਿਹੜਾ ਆਪਾਂ ਕਹਿੰਦੇ ਵੀ 1857 ਦਾ ਰੈਵੋਲੂਸ਼ਨ ਸੀਗਾ ਉਹ ਫੇਲ ਹੋ ਗਿਆ ਸੀ। ਜਿਹਦੇ ਫੇਲ ਹੋਣ ਦੇ ਕਾਰਨ ਪੁੱਛੀਏ ਤਾਂ ਇਹੀ ਸੀਗੇ ਵੀ ਸਾਰਿਆਂ ਦਾ ਕਾਰਨ ਆਜ਼ਾਦੀ ਨਹੀਂ ਸੀ, ਸਾਰੇ ਆਪਣੇ ਅਲੱਗ-ਅਲੱਗ ਪੁਆਇੰਟਸ ਰੱਖ ਰਹੇ ਸੀਗੇ। ਜਿੱਦਾਂ ਹੁਣ ਤੁਸੀਂ ਕਹਿ ਰਹੇ ਕਿ MSP ਦਾ ਵੀ ਆ, ਉਹਦਾ ਵੀ, ਇਹਦਾ ਵੀ, ਜਦੋਂ ਆਪਣੇ એનર્ਜੀਜ਼ ਡਿਵਾਈਡ ਹੋ ਜਾਣਗੀਆਂ ਕਿਤੇ ਨਾ ਕਿਤੇ ਚੀਜ਼ ਤੇ ਇਫੈਕਟ ਤਾਂ ਨਹੀਂ ਹੋਊ? ਨਹੀਂ, ਦੇਖੋ, ਤੁਸੀਂ ਕਦੇ ਵੀ ਇਤਿਹਾਸ ਦੇ ਐਪੀਸੋਡ ਚੱਕ ਕੇ ਤੇ ਅੱਜ ਦੇ ਐਪੀਸੋਡਸ ਨਾਲ ਕੰਪੇਅਰ ਨਹੀਂ ਕਰ ਸਕਦੇ। ਉਦੋਂ ਉਹਦੇ ਬਹੁਤ ਹੋਰ ਵੀ ਸਾਰੇ ਜਿਹੜੇ ਪਹਿਲੂ ਹੁੰਦੇ ਆ ਉਹ ਦੇਖਣੇ ਪੈਂਦੇ ਆ। ਕਿਵੇਂ ਦੇਖਣੇ ਪੈਂਦੇ ਆ? ਉਦੋਂ ਜਿਹੜੀਆਂ ਆਜ਼ਾਦੀ ਦੇ ਸੰਘਰਸ਼ ਲਈ ਜਾਂ ਵਿਦਰੋਹ ਕਰ ਰਹੀਆਂ ਫੋਰਸਸ ਸੀ, ਉਹ ਕਿੱਥੇ ਕਿੱਥੇ ਕੰਮ ਕਰ ਰਹੀਆਂ ਸੀ, ਭੂਗੋਲਿਕ ਸਥਿਤੀ ਕੀ ਸੀ, ਰਾਜਸੀ ਸਥਿਤੀ ਕੀ ਸੀ, ਹਨਾ। ਔਰ ਐਟ ਦਾ ਸੇਮ ਟਾਈਮ ਕੋਈ ਪੰਜਾਬ ਦੀ ਆਜ਼ਾਦੀ ਲਈ ਲੜ ਰਿਹਾ ਸੀ ਉਦੋਂ, ਕੋਈ ਹੋਰ ਕਿਸੇ ਖਿੱਤੇ ਦੀ ਆਜ਼ਾਦੀ ਲਈ ਲੜ ਰਿਹਾ ਸੀ। ਉਦੋਂ ਤੱਕ ਇੱਕ ਇੰਡੀਆ ਨੇਸ਼ਨਸ ਜਾਂ ਆ ਜਿਹੜਾ ਨੈਸ਼ਨਲਿਜ਼ਮ ਦਾ ਫੰਡਾ ਵੀ ਨਹੀਂ ਆਇਆ ਸੀ, ਠੀਕ ਹੈ। ਤਾਂ ਇਸ ਕਰਕੇ ਉਹ ਸਾਰੇ ਆਪਦੇ ਖਿੱਤੇ ਦੀ ਆਜ਼ਾਦੀ ਲਈ ਲੜ ਰਹੇ ਸੀ। ਅੱਜ ਸਾਨੂੰ ਇੱਕ ਗੱਲ ਤਾਂ ਪਤਾ ਵੀ ਅਸੀਂ ਦਿੱਲੀ ਦੇ ਖਿਲਾਫ ਲੜ ਰਹੇ ਹਾਂ, ਸਾਡੇ ਦੁਸ਼ਮਣ ਦਾ ਤਾਂ ਸਾਨੂੰ ਪਤਾ। ਉਦੋਂ ਦੁਸ਼ਮਣ ਦਾ ਪਤਾ ਹੋਣ ਦੇ ਨਾਲ ਨਾਲ ਅਸੀਂ ਇੱਕ ਇੱਕ ਖਿੱਤੇ ਨੂੰ ਆਜ਼ਾਦ ਕਰਾਉਣ 'ਚ ਲੱਗੇ ਸੀ। ਤਾਂ ਕਦੇ ਵੀ ਸੈਂਟਰ ਫੋਰਸ ਜਾਂ ਫੋਕਸ ਪੁਆਇੰਟ ਇੱਕ ਨਹੀਂ ਹੋ ਸਕਦਾ ਸੀ। ਤਾਂ ਇਸ ਕਰਕੇ ਉਹ ਫੇਲ ਹੋਇਆ। ਪੰਜਾਬ ਵਾਲੇ ਚਾਹੁੰਦੇ ਸੀ ਪੰਜਾਬ ਆਜ਼ਾਦ ਹੋ ਜੇ, ਬੰਗਾਲ ਵਾਲੇ ਚਾਹੁੰਦੇ ਸੀ ਬੰਗਾਲ ਹੋ ਜੇ, ਇਸੇ ਤਰ੍ਹਾਂ ਮਹਾਰਾਸ਼ਟਰ ਵਾਲੇ ਚਾਹੁੰਦੇ ਸੀ ਮਹਾਰਾਸ਼ਟਰ ਆਜ਼ਾਦ ਹੋ ਜੇ। ਜਿਹੜਾ ਅੱਜ ਦਾ ਸੰਘਰਸ਼ ਆ ਉਹ ਤੋਂ ਬਹੁਤ ਵੱਖਰਾ। ਹਾਂਜੀ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਅਸੀਂ ਇਹ ਦੁਆ ਕਰਦੇ ਕਿ ਆਪਾਂ ਰਲ ਮਿਲ ਕੇ ਇਸ ਜੰਗ ਨੂੰ ਜ਼ਰੂਰ ਜਿੱਤੀਏ। ਬਹੁਤ ਥੈਂਕ ਯੂ ਬਾਈ ਜੀ। ਦੇਖਦੇ ਰਹੋ ਬਾਈ ਜੀ TV, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।